ਸ੍ਰੀ ਵਾਹਿਗੁਰੂ ਸਾਹਿਬ ਜੀ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਛਿਨ ਛਿਨ ਔਦ ਵਿਹਾਤ ਹੈ, ਫੂਟੇ ਘਟ ਜਿਉ ਪਾਣੀ ਰਹਾਉ। ਹਰ ਗੁਣ ਕਹੇ ਨ ਗਾਵਹੀ, ਮੂਰਖ ਅਗਿਆਨਾ। ਝੂਠੇ ਲਾਲਚ ਲਗ ਕੈ, ਨਹਿ ਮਰਨ ਪਿਛਾਨਾ। ਅਜਹੂ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ। ਕਹੋ ਨਾਨਕ ਤੇ ਭਜਨ ਤੇ, ਨਿਰਭੈ ਪਦ ਪਾਵੈ। ਸੋ ਕਹੋ ਟਲ ਗੁਰ ਸੇਵੀਐ, ਅਹਨ ਸਹਿ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਝਕੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ, ਕਬੀਰ ਜੀ ਇਕ ਓੰਕਾਰ। ਸਤਿ ਗੁਰ ਪ੍ਰਸਾਦ, ਵੇਦ ਕਤੇਬ ਇਫਤਰਾ ਭਾਏ। ਦਿਲ ਕਾ ਫਿਕਰ ਨ ਜਾਇ, ਟੁਕ ਦਮ ਕਰਾਰੀ ਜੋ ਕਰਹੋ। ਹਾਜ਼ਰ ਹਜੂਰ ਖੁਦਾਇ, ਵੇਦ ਕਤੇਬ ਇਫਤਰਾ ਭਾਈ। ਦਿਲ ਕਾ ਫਿਕਰ ਨ ਜਾਇ, ਟੁਕ ਦਮ ਕਰਾਰੀ ਜੋ ਕਰਹੋ। ਹਾਜ਼ਰ ਹਜੂਰ ਖੁਦਾਇ, ਬੰਦੇ ਖੋਜ ਦਿਲ ਹਰ ਰੋਜ਼। ਨਾ ਫਿਰ ਪਰੇਸ਼ਾਨੀ ਬਾਹੇ, ਇਹ ਜੋ ਦੁਨੀਆ ਸਿਹਰ ਮੇਲਾ। ਦਸਤਗੀਰੀ ਨਾਹੇ, ਰਹਾਉ ਦਰੋਗ ਪੜ ਪੜ ਖੁਸ਼ੀ ਹੋਏ। ਬੇਖਬਰ ਬਾਦ ਬਕਾਹੇ, ਹਕ ਸੱਚ ਖਾਲਕ ਖਲਕ ਮਿਆਲੇ। ਸਿਆਮ ਮੂਰਤ ਨਾਹੀ, ਅਸਮਾਨ ਮਿਆਨੇ ਲਹੰਗ ਦਰਿਆ। ਗੁਜ਼ਰ ਗਰਦਨ ਗੋਦ, ਕਰ ਫਕਰ ਦਾਇਮ ਲਾਏ ਚਸ਼ਮੇ। ਜੈ ਤਹਾਂ ਮੌਜੂਦ, ਅੱਲਾਹ ਪਾਕ ਪਾਕ ਹੈ। ਸੋ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ। ਉਹ ਕਰੈ ਜਾਣੈ ਸੋਇ, ਅੱਲਾਹ ਪਾਕ ਪਾਕ ਹੈ। ਸਕ ਕਰੋ ਜੇ ਦੂਸਰ ਹੋਇ, ਕਬੀਰ ਕਰਮ ਕਰੀਮ ਕਾ। ਉਹ ਕਰੈ ਜਾਣੈ ਸੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੋ, ਇਹ ਜੋ ਮੁਬਾਰਕ ਬਚਨ ਹੁਕਮਨਾਮਾ ਆਪ ਜੀਆਂ ਨੇ ਸਰਵਣ ਕੀਤਾ ਹੈ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਤੋਂ, ਜੋ ਨਿਤਾ ਪ੍ਰਤੀ ਰੋਜ਼ਾਨਾ ਹੀ ਸਤਿਗੁਰ ਦੀ ਮੁਬਾਰਕ ਚਰਨਾਂ ਦੇ ਨਾਲ ਜੁੜ ਕਰਕੇ ਸਤਿਗੁਰਾਂ ਦੀ ਮੁਬਾਰਕ ਬਾਣੀ ਵਿੱਚੋਂ ਹੁਕਮਨਾਮਾ ਸਰਵਣ ਕਰਦੇ ਹੋ। ਇਹ ਜੋ ਹੁਕਮਨਾਮਾ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ 727 ਅੰਗ ਦੀ ਸੁਭਾਈਵਾਨ ਹੈ। ਤਿਲੰਗ ਰਾਗ ਦੇ ਵਿੱਚ ਭਗਤ ਕਬੀਰ ਜੀਆਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਏ ਮੁਬਾਰਕ ਵਚਨ। ਆਓ ਇਹਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ।
ਤਿਲੰਗ ਬਾਣੇ ਭਗਤਾਂ ਕੀ ਕਬੀਰ ਜੀ। ਤਿਲੰਗ ਰਾਗ ਦੇ ਵਿੱਚ ਬਾਣੀ ਭਗਤਾਂ ਕੀ ਦੇ ਸਰਲੇਖ ਹੇਠ ਭਗਤ ਕਬੀਰ ਜੀਆਂ ਦੇ ਪਾਵਨ ਪਵਿੱਤਰ ਬਚਨ ਹਨ ਜੋ ਆਪ ਜੀਆਂ ਨੇ ਸਰਵਣ ਕੀਤੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਇੱਕ ਹੈ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਪਿਆਰੇ ਵਰਨਾ ਨਹੀਂ, ਪਰਮੇਸ਼ਰ ਦੀ ਪ੍ਰਾਪਤੀ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੁੰਦੀ। ਤੇ ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਪਿਆਰੇ ਉਸ ਮਾਲਿਕ ਦੀ ਚਰਨਾਂ ਦੇ ਨਾਲ ਸਭ ਤੋਂ ਪਹਿਲਾਂ ਜੁੜਨਾ ਪਵੇਗਾ, ਅਰਦਾਸ ਬੇਨਤੀ ਕਰਨੀ ਪਵੇਗੀ। ਜਿਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੀ ਪਾਵਨ ਬਚਨਾਂ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਨੇ ਪ੍ਰਾਣੀ। ਤੈਨੂੰ ਸੁਭਾਗਾ ਸਮਾਂ ਮਿਲਿਆ, ਕਹਿੰਦੀ ਉਸ ਮਾਲਕ ਨੂੰ ਚੇਤੇ ਕਰਨ ਵਾਸਤੇ, ਕਹਿੰਦੀ ਹੁਣ ਚੇਤ ਲੈ ਇਹ ਪ੍ਰਾਣੀ, ਇਸ ਸਮੇਂ ਨੂੰ ਅਜ਼ਾਈ ਨਾ ਜਾਣ ਦੇਵੀ। ਛਿਨ ਛਿਨ ਔਦ ਦੇਹਾਤ ਹੈ ਫੂਟੇ ਘਟ ਜਿਉ ਪਾਣੀ। ਕਹਿੰਦੀ ਥੋੜਾ ਥੋੜਾ ਸਮਾਂ ਕਰਕੇ, ਛਿਨ ਛਿਨ ਕਰਕੇ ਤੇਰੀ ਔਦ ਘਟਦੀ ਜਾ ਰਹੀ ਹੈ, ਫੂਟੀ ਘਟ ਜਿਉ ਬਾਣੀ। ਜਿਵੇਂ ਘੜੀ ਦੇ ਵਿੱਚ ਪਿਆਰੂ ਮਾੜਾ ਜਿਹਾ ਕੋਈ ਇਹਦੇ ਸੇਕ ਹੋਵੇ ਤੇ ਪਾਣੀ ਘਟਦਾ ਜਾਂਦਾ ਹੈ। ਘਟਦਿਆਂ ਇਸੇ ਤਰ੍ਹਾਂ ਹੀ ਸਾਡੇ ਸਵਾਸ ਪਿਆਰੇ ਘਟਦੇ ਜਾ ਰਹੇ ਨੇ। ਛਿਨ ਛਿਨ ਔਦ ਵਿਹਾਤ ਹੈ ਫੂਟੀ ਘਟ ਜਿਉ ਪਾਣੀ। ਜਿਵੇਂ ਘੜੇ ਦੇ ਵਿੱਚੋਂ ਪਾਣੀ ਸੁੱਕ ਜਾਂਦਾ, ਇਸੇ ਤਰ੍ਹਾਂ ਜਦੋਂ ਤੇਰੇ ਸਵਾਸ ਖਤਮ ਹੋ ਗਏ, ਤੇਰੇ ਪੱਲੇ ਕੁਝ ਵੀ ਨਹੀਂ ਰਹਿ ਜਾਣਾ। ਤੂੰ ਤੇ ਇੱਕ ਪਿਆਰੂ ਢੇਰੀ ਬਣ ਜਾਣਾ। ਸਵਾਸ ਨੇ ਜਿਤਨੀ ਦੇਰ ਤੱਕ, ਉਤਨੀ ਦੇਰ ਤੱਕ ਮਨੁੱਖ ਦਾ ਵਜੂਦ ਹੈ। ਰਹਾਉ ਹਰ ਗੁਣ ਕਾਹੇ ਨ ਗਾਵਹਿ ਮੂਰਖ ਅਗਿਆਨਾ। ਉਸ ਮਾਲਕ ਦੀ ਸਿਫਤੋ ਸਲਾਹ ਦੇ ਨਾਲ ਤੂੰ ਕਿਉਂ ਨਹੀਂ ਟੁੱਟਦਾ ਹੈ? ਐ ਮੂਰਖ ਮਨੁੱਖ, ਅਗਿਆਨਤਾ ਦੀ ਵਸ ਹੋ ਕਰਕੇ ਪਰਮੇਸ਼ਰ ਦੇ ਗੁਣ ਤੂੰ ਗਾਇਨ ਕਿਉਂ ਨਹੀਂ ਕਰਦਾ? ਉਸ ਮਾਲਕ ਦੇ ਗੁਣ ਗਾਇਨ ਕਰ ਕੀ ਰਿਹਾ ਮਨੁੱਖ ਪਿਆਰਿਓ? ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਝੂਠੇ ਲਾਲਚ ਲਾਗ ਕੈ ਨਹਿ ਮਰਨ ਪਛਾਨਾ। ਕਹਿੰਦੇ ਝੂਠੇ ਲਾਲਚ ਦੇ ਵਿੱਚ ਪਿਆਰਿਓ ਸਾਰੇ ਅਸੀਂ ਝੂਠੇ ਲਾਲਚ ਦੇ ਵਿੱਚ ਹੀ ਫਸੇ ਹੋਏ ਹਾਂ। ਝੂਠਾ ਲਾਲਚ ਧਨ ਦਾ, ਝੂਠਾ ਲਾਲਚ ਮਹਿਲ ਮਾੜੀਆਂ ਦਾ, ਝੂਠਾ ਲਾਲਚ ਪਿਆਰਿਓ ਘਰ ਪਰਿਵਾਰ ਦਾ, ਇਹਦੇ ਵਿੱਚ ਸਾਰੇ ਫਸੇ ਹੋਏ ਹਾਂ। ਤੇ ਮਰਨਾ ਅਸੀਂ ਯਾਦ ਹੀ ਨਹੀਂ ਰੱਖਦੇ ਕਿ ਇੱਕ ਦਿਨ ਜਾਣਾ ਵੀ ਹੈ ਇਸ ਜਗਤ ਤੋਂ। ਅਜ ਹੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ। ਕਹਿੰਦੇ ਹਾਲੀ ਕੁਝ ਨਹੀਂ ਵਿਗੜਿਆ। ਆਮ ਕਹਾਵਤ ਹੈ ਦੁਨੀਆਂ ਬੇਰਾਂ ਦਾ, ਕਹਿੰਦੀ ਕੁਝ ਨਹੀਂ ਵਿਗੜਦਾ। ਕਹਿੰਦੇ ਹਾਲੀ ਵੀ ਕੁਝ ਨਹੀਂ ਉਹ ਵਿਗੜਿਆ। ਕਹਿੰਦੇ ਹੁਣ ਵੀ ਪ੍ਰਭੂ ਦੇ ਗੁਣ ਗਾਇਨ ਕਰ ਲਾ ਪਿਆਰਿਓ। ਆਰਗਲਾ ਕਿਤਨੀ ਵੀ ਕਿਉਂ ਨਾ ਵਡੇਰੀ ਹੋ ਜਾਵੇ, ਫਿਰ ਵੀ ਜੇ ਕਿਧਰੇ ਪਰਮੇਸ਼ਰ ਦਾ ਨਾਮ ਚਿੰਤਨ ਕਰਨਾ ਸ਼ੁਰੂ ਕਰ ਦਈਏ ਤੇ ਪਿਆਰਿਓ ਦਰਗਾਹੇ ਕਬੂਲ ਪੈ ਸਕਦੀ ਹੈ। ਕਹਿੰਦੇ ਹਾਲੀ ਵੀ ਕੁਝ ਨਹੀਂ ਵਿਗੜਿਆ, ਹੁਣ ਹੀ ਲੱਗ ਪੋ। ਜੇ ਤੈਨੂੰ ਕੋਈ ਪਰਮੇਸ਼ਰ ਦੀ ਯਾਦ ਆਈ ਹੈ ਤੇ ਜੁੜ ਜਾ ਉਸ ਮਾਲਕ ਦੀ ਚਰਨਾਂ ਦੇ ਨਾਲ। ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਕਹਿੰਦੀ ਪਰਮੇਸ਼ਰ ਦਾ ਸਿਮਰਨ ਕਰਕੇ ਨਿਰਭੈਤਾ ਵਾਲਾ ਪਦ ਪ੍ਰਾਪਤ ਹੋ ਜਾਂਦਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਫਿਰ ਕਿਸੇ ਤਰ੍ਹਾਂ ਦਾ ਭਉ ਕੋਈ ਨਹੀਂ ਰਹਿ ਜਾਂਦਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਿਆਰਿਓ ਤਕਰੀਬਨ ਸਾਰੀ ਬਾਣੀ ਦੇ ਵਿੱਚ ਹੀ ਸਾਨੂੰ ਉਸ ਮਾਲਕ ਦੇ ਨਾਲ ਜੁੜਨ ਵਾਸਤੇ ਤਾਕੀਦ ਕਰਦੇ ਨੇ। ਹਰਿ ਜਸ ਰੇ ਮਨ ਗਾਏ ਲੈ ਜੋ ਸੰਗੀ ਹੈ ਤੇਰੂ। ਕਹਿੰਦੀ ਪਰਮੇਸ਼ਰ ਦਾ ਗੁਣ ਗਾਇਨ ਕਰ ਲੈ। ਜਿਹੜਾ ਤੇਰਾ ਸੰਗੀ ਸਾਥੀ ਹੋਣਾ, ਹੋਰ ਤੇਰਾ ਸੰਗੀ ਸਾਥੀ ਕੋਈ ਨਹੀਂ। ਇੱਕੋ ਉਸ ਪਰਮੇਸ਼ਰ ਨੂੰ ਆਪਣਾ ਸੰਗੀ ਸਾਥੀ ਸਮਝ ਲੈ। ਅਵਸਰ ਬੀਤਿਓ ਜਾਤ ਹੈ ਕਹਿਓ ਮਾਰ ਲੈ ਮੇਰੂ। ਤੇਰੀ ਕਹਿੰਦੀ ਆਰਗਲਾ ਬੀਤਦੀ ਜਾ ਰਹੀ ਹੈ, ਖਤਮ ਹੁੰਦੀ ਜਾ ਰਹੀ ਹੈ, ਇਹ ਖਰਚ ਹੁੰਦੀ ਜਾ ਰਹੀ ਹੈ ਤੇ ਮੇਰਾ ਕਹਿਆ ਮੰਨ ਲੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਹਾਲੇ ਵੀ ਕਹਿਆ ਮੰਨ ਲੈ। ਪਰਮੇਸ਼ਰ ਵਾਲੇ ਪਾਸੇ ਨੂੰ ਲੱਗਦਾ, ਤੇਰੀ ਉਮਰ ਬੀਤਦੀ ਜਾਵੇ। ਭਜਨ ਕਰ ਗੋਬਿੰਦ ਦਾ, ਉਸ ਮਾਲਕ ਦੀ ਸਿਫਤੋ ਸਲਾਹ ਦੇ ਵਿੱਚ ਲੱਗ ਜਾ। ਰਹਾਉ ਸੰਪਤ ਰਥ ਤਨ ਰਾਜ ਸਿਓ ਅਤ ਨਿਹੋ ਲਗਾਇਓ। ਧਨ ਸੰਪਤਾ ਦੇ ਨਾਲ, ਰਾਜ ਦੇ ਨਾਲ
ਕਹਿੰਦੀ ਤੂੰ ਨਿਹੂ ਲਾਇਆ ਹੋਇਆ, ਇਹਨਾਂ ਦੇ ਵਿੱਚ ਤੂੰ ਪਿਆਰ ਪਾਇਆ ਹੋਇਆ। ਪਿਆਰਿਓ, ਇਸੇ ਤਰ੍ਹਾਂ ਹੀ ਆ ਨਾ, ਅਸੀਂ ਸੰਪਦਾ ਦੇ ਨਾਲ ਜੁੜੇ ਹੋਏ ਹਾਂ, ਰਾਜ ਦੇ ਨਾਲ ਵੀ ਜੁੜੇ ਹੋਏ ਹਾਂ। ਅਤ ਨਿਹੂ ਲਗਾਇਓ, ਕਹਿੰਦੀ ਅਤ ਦਰਜੇ ਦਾ ਨਿਹੂ, ਕਹਿੰਦੀ ਉਹਨਾਂ ਚੀਜ਼ਾਂ ਦੇ ਨਾਲ ਤੂੰ ਲਾਇਆ ਹੋਇਆ, ਬਹੁਤ ਜ਼ਿਆਦਾ ਨਿਹੂ ਤੂੰ ਕਹਿੰਦੀ ਉਹਨਾਂ ਦੇ ਨਾਲ ਲਾਇਆ ਹੋਇਆ। ਕਹਿੰਦੇ ਇਹ ਤੇਰਾ ਕੋਈ ਵੀ ਸਾਥ ਦੇਣ ਵਾਲਾ ਨਹੀਂ। ਕਾਲ ਪਾਸ ਜਬ ਗਲ ਪਰੀ ਸਭ ਪਇਓ ਪਰਾਇਓ, ਕਹਿੰਦੇ ਇਹਨਾਂ ਦੇ ਵਿੱਚ ਕੋਈ ਵੀ ਤੇਰਾ ਸੰਗੀ ਸਾਥੀ ਨਹੀਂ। ਜਦੋਂ ਫਾਸੀ ਤੇਰੀ ਗਲ ਦੇ ਵਿੱਚ ਪਈ ਹੋਈ, ਜ਼ਮਾਨੇ ਤੈਨੂੰ ਅੱਗੇ ਲਾ ਲਿਆ, ਇਹ ਸਾਰਾ ਕੁਝ ਇੱਥੇ ਦਾ ਧਰਿਆ ਧਰਾਇਆ ਰਹਿ ਜਾਣਾ। ਸਭ ਭਇਓ ਪਰਾਇਓ, ਸਾਰਾ ਕੁਝ ਹੀ ਪਰਾਇਆ ਹੋ ਜਾਣਾ। ਪਰ ਤੂੰ ਕਹਿੰਦਾ ਕੀ ਆ ਪਿਆਰਿਓ ਮਨੁੱਖ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਮਨੁੱਖ ਕਹਿੰਦਾ ਕੀ ਹੋਈ ਆ, ਇਹ ਸਾਰਾ ਕੁਝ ਇਹ ਮੇਰਾ ਆ ਤੇ ਇੱਕ ਪਰਮੇਸ਼ਰ ਹੀ ਪਰਾਇਆ। ਪਰ ਨਾ, ਇਹ ਗੱਲ ਨਾ ਸਮਝ, ਤੂੰ ਇਹ ਸਮਝ ਜੋ ਕੁਝ ਵੀ ਹੈ ਇਹ ਤੇਰਾ ਕੁਝ ਵੀ ਨਹੀਂ, ਪਰਮੇਸ਼ਰ ਤੇਰਾ ਆਪਣਾ ਹੈ। ਪਰਮੇਸ਼ਰ ਨੂੰ ਆਪਣਾ ਬਣਾ ਲੈ। ਜਾਨ ਬੂਝ ਕੇ ਬਾਵਰ ਤੈਂ ਕਾਜ ਵਿਗਾਰਿਓ। ਪਿਆਰਿਓ, ਸਾਰੀ ਅਸੀਂ ਇਸੇ ਤਰ੍ਹਾਂ ਹੀ ਕਰਦੇ ਹਾਂ ਨਾ, ਜਾਣ ਬੁੱਝ ਕੇ। ਜਦੋਂ ਸਾਨੂੰ ਪਤਾ ਹੈ ਕਿ ਪਰਮੇਸ਼ਰ ਦਾ ਚਿੰਤਨ ਕਰਨਾ ਚਾਹੀਦਾ, ਜਪਣਾ ਚਾਹੀਦਾ ਉਸ ਮਾਲਕ ਦਾ ਨਾਮ, ਜਾਣ ਬੁੱਝ ਕੇ ਬਾਵਰੇ ਤੈਂ ਕਾਜ ਵਿਗਾਰਿਓ। ਕਹਿੰਦੇ ਜਿਸ ਕਾਜ ਵਾਸਤੇ ਤੂੰ ਆਇਆ ਸੀ, ਜਿਸ ਕੰਮ ਵਾਸਤੇ ਤੂੰ ਆਇਆ ਸੀ, ਉਹ ਕੰਮ ਆਪਣਾ ਤੂੰ ਜਾਣ ਬੁੱਝ ਕੇ ਵਿਗਾੜ ਲਿਆ। ਅਸੀਂ ਕਹਿੰਦੇ ਹਾਂ ਨਾ ਕਈ ਵਾਰੀ, ਆਹ ਕੰਮ ਕਹਿੰਦੇ ਤੂੰ ਜਾਣ ਬੁੱਝ ਕੇ ਕੀਤਾ, ਤੈਨੂੰ ਪਤਾ ਸੀ ਕਿ ਨਹੀਂ ਕਰਨਾ ਚਾਹੀਦਾ, ਪਰ ਫਿਰ ਵੀ ਤੂੰ ਕੀਤਾ। ਉਹ ਕਹਿੰਦਾ ਮੇਰੇ ਕੋਲ ਗਲਤੀ ਹੋ ਗਈ, ਮੇਰੇ ਕੋਲ ਗਲਤੀ। ਕਿੰਨੀ ਕੁ ਵਾਰੀ ਗਲਤੀ ਹੋਵੇਗੀ ਪਿਆਰਿਓ। ਇਹ ਮਨੁੱਖਾ ਜਨਮ ਸਾਨੂੰ ਬੜਾ ਅਮੋਲਕ ਮਿਲਿਆ। ਇਹ ਪਰਮੇਸ਼ਰ ਕੀ ਕਹਿੰਦਾ, ਇਸ ਨੂੰ ਸੁਧਾਰਨਾ ਹੈ, ਇਸ ਨੂੰ ਪਰਮੇਸ਼ਰ ਵਾਲੇ ਪਾਸੇ ਲਾ ਕੇ ਮੇਰੇ ਵਿੱਚ ਅਭੇਦ ਹੋ ਜਾ, ਆਪਣੇ ਕਾਜ ਨੂੰ ਆਪ ਨਾ ਵਿਗਾੜ। ਪਾਪ ਕਰਤ ਸੁਖ ਤਿਉ ਨਹੀਂ, ਨੈ ਗਰਭ ਨਿਵਾਰਿਓ। ਕਹਿੰਦੀ ਪਾਪ ਕਰਦਿਆਂ ਤੈਨੂੰ ਕਦੇ ਸੰਗ ਨਹੀਂ ਆਉਂਦੀ। ਕਹਿੰਦੀ ਹਉਮੈ ਦਾ ਜਿਹੜਾ ਰੋਗ ਤੇਰੇ ਬਣਿਆ ਹੋਇਆ, ਇਹ ਤੇਰੀ ਜਾਂਦਾ ਹੀ ਕੋਈ ਨਹੀਂ। ਕਹਿੰਦੀ ਹਰ ਵੇਲੇ ਪਾਪ ਕਰਨ ਲੱਗਿਆ ਕਦੇ ਤੈਨੂੰ ਸੰਗ ਨਹੀਂ ਆਉਂਦੀ, ਕਦੇ ਤੂੰ ਸੰਕੋਚ ਨਹੀਂ ਕਰਦਾ। ਜੇ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ। ਜੋ ਗੁਰੂ ਨੇ ਗੱਲ ਕਹੀ ਹੈ, ਜੋ ਗੁਰੂ ਨਾਨਕ ਪਾਤਸ਼ਾਹ ਨਵੇਂ ਨਾਨਕ ਕਹਿ ਰਹੇ ਨੇ, ਸੋ ਸੁਨ ਰੇ ਭਾਈ। ਇਹ ਭਾਈ ਇਹ ਗੱਲ ਨੂੰ ਧਿਆਨ ਦੇ ਕੇ ਸੁਣ। ਨਾਨਕ ਕਹਿਤ ਪੁਕਾਰ ਕੈ ਗਹੋ ਪ੍ਰਭ ਸਰਣਾਈ। ਕਹਿੰਦੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿ ਰਹੇ ਨੇ, ਤੁਹਾਨੂੰ ਪੁਕਾਰ ਕੇ ਇਹ ਗੱਲ ਕਹੀ ਜਾ ਰਹੀ ਹੈ। ਗਹੋ ਪ੍ਰਭ ਸ਼ਰਣਾਈ, ਪ੍ਰਭੂ ਦੀ ਚਰਨ ਸ਼ਰਨ ਆ ਜਾ, ਪ੍ਰਭੂ ਦੀ ਸ਼ਰਨ ਫੜ ਲੈ, ਤੇਰਾ ਬੇੜਾ ਪਾਰ ਹੋ ਜਾਵੇਗਾ। ਇਹ ਪਿਆਰੂ ਭਗਤ ਕਬੀਰ ਜੀ ਇਹ ਗੱਲ ਕਹਿ ਰਹੇ ਨੇ। ਵੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨ ਦਾਈ। ਵੇਦਾਂ ਵੇਦ ਪਿਆਰਿਓ ਹਿੰਦੂ ਵੀਰਾਂ ਦੇ ਜਿਹੜੇ ਗ੍ਰੰਥ ਨੇ, ਤੇ ਕਤੇਬ ਪੱਛਮੀ ਮਤ ਦੇ, ਪੱਛਮੀ ਮਤ ਮੁਸਲਮਾਨ ਮਤ ਦੇ ਕਤੇਬਾਂ, ਜਿਵੇਂ ਕੁਰਾਨ ਸ਼ਰੀਫ, ਅੰਜੀਲ, ਇਹਨਾਂ ਦੀਆਂ 4 ਪੁਸਤਕਾਂ ਪਿਆਰਿਓ, 4 ਇਹਨਾਂ ਦੇ ਗ੍ਰੰਥ ਨੇ, ਇਹ ਜਿਨ੍ਹਾਂ ਨੂੰ ਮੰਨਦੇ ਨੇ। ਵੇਦ ਵੀ ਇਸੇ ਤਰ੍ਹਾਂ ਹੀ, ਵੇਦਾਂ ਨੂੰ ਮੰਨਣ ਵਾਲੇ ਹਿੰਦੂ ਵੀਰ ਤੇ ਕਤੇਬਾਂ ਨੂੰ ਮੰਨਣ ਵਾਲੇ ਪੱਛਮੀ ਮਤ ਹਨ। ਕਿਉਂਕਿ ਪੱਛਮ ਦਿਸ਼ਾ ਨੂੰ ਹੀ ਉਹ ਸਲਾਮ ਕਰਦੇ ਨੇ। ਉਹ ਸਮਝਦੇ ਨੇ ਕਿ ਪੱਛਮ ਦਿਸ਼ਾ ਦੇ ਵਿੱਚ ਪਰਮੇਸ਼ਰ ਹੈ। ਪੱਛਮ ਪੂਰਬ ਦਿਸ਼ਾ, ਪੱਛਮ ਦਿਸ਼ਾ, ਉਹ ਕਹਿੰਦੇ ਪੱਛਮ ਦਿਸ਼ਾ ਨੂੰ ਹਮੇਸ਼ਾ ਹੀ ਸਿਜਦਾ ਕਰਦੇ ਨੇ। ਕਹਿੰਦੇ ਪਰਮੇਸ਼ਰ ਇਸ ਪਾਸੇ ਹੈ। ਬੜਾ ਸੁੰਦਰ ਭਗਤਾਂ ਦੀ ਬਾਣੀ ਦੇ ਵਿੱਚ ਹੀ ਆਉਂਦਾ ਹੈ ਕਿ ਜੇ ਤੁਸੀਂ ਕਹਿੰਦੇ ਹੋ, ਕੋਈ ਕਹਿੰਦਾ ਕਿ ਪੂਰਬ ਵੱਲ ਹੈ, ਕੋਈ ਕਹਿੰਦੇ ਜਿਹਦਾ ਉਲੱਥਾ ਇਹ ਹੈ ਪੱਛਮ ਵੱਲ ਹੈ। ਦਿਲ ਨੇ ਦੇਖੋ ਦਿਲੇ ਦੇ ਖੋਜੋ, ਇਹ ਠੋਰ ਮੁਕਾਮਾ। ਕਹਿੰਦੇ ਇਹ ਪੱਛਮ ਮੱਧ ਵਿੱਚ ਕਹਿਣ ਵਾਲੇ, ਪੂਰਬ ਵੱਲ ਕਹਿਣ ਵਾਲੇ, ਕਹਿੰਦੇ ਇਹ ਸੁਣ ਲਓ ਗੱਲ ਧਿਆਨ ਦੇ ਨਾਲ। ਜੋ ਤੁਸੀਂ ਕਹਿੰਦੇ ਹੋ ਕਿ ਕੋਈ ਕਹਿੰਦੇ ਪੱਛਮ ਵਾਲੇ ਪਾਸੇ ਆ, ਕੋਈ ਕਹਿੰਦੇ ਪੂਰਬ ਵਾਲੇ ਪਾਸੇ, ਕਹਿੰਦੇ ਇਹੋ ਹੀ ਥਾਂ ਆ ਪਰਮੇਸ਼ਰ ਦੀ। ਪਰਮੇਸ਼ਰ ਤੇ ਸਾਰੀਆਂ ਜਗ੍ਹਾ ਤੇ ਵਸਦਾ ਹੈ। ਉਹ ਤੇ ਕੋਈ ਜਗ੍ਹਾ ਖਾਲੀ ਕੋਈ ਨਹੀਂ ਜਿੱਥੇ ਉਹ ਵਸਦਾ ਨਾ ਹੋਵੇ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨ ਵਿਚਾਰੈ, ਜੋ ਸਭ में एक खुदाई कहत है, तो क्यों मुर्गी मारे। ਪਿਆਰੂ ਕਈ ਵਾਰੀ ਮਾਸ ਖਾਣ ਵਾਲੇ ਇਹ ਗੱਲ ਕਹਿ ਦਿੰਦੇ ਨੇ,
ਬਾਣੀ ਵਿੱਚ ਕਿੱਥੇ ਲਿਖਿਆ ਹੋਇਆ ਜੇ ਸਾਨੂੰ ਦੱਸੋ। ਪਿਆਰੋ ਬਹੁਤ ਥਾਵਾਂ ਤੇ ਗੁਰਬਾਣੀ ਦੇ ਵਿੱਚ ਜ਼ਿਕਰ ਹੁੰਦਾ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨ ਵਿਚਾਰੈ ਜੋ ਸਭ ਨੇ ਏਕ ਖੁਦਾਏ ਕਹਿਤ ਹੈ ਤਉ ਕਿਉਂ ਮੁਰਗੀ ਮਾਰੇ। ਉਹ ਕਹਿੰਦੀ ਮੁਰਗੀ ਨੂੰ ਕਿਉਂ ਮਾਰੇਗਾ, ਉਹ ਪਾਪ ਕਰਮ ਕਿਉਂ ਕਰੇਗਾ, ਉਹ ਐਸਾ ਕਰਮ ਨਹੀਂ ਕਰੇਗਾ। वेद कतेब इबतरा पाए दिल का फिक्र न जाए। वेदां पढ़न वाले कतीबां पढ़न वाले कहते बहस हासा करना ਇਹਦੇ ਨਾਲ ਕਹਿੰਦੇ ਦਿਲ ਦੀ ਚਿੰਤਾ ਫਿਕਰ ਦੂਰ ਨਹੀਂ ਹੋ ਸਕਦਾ, ਮਨ ਦਾ ਡਰ ਦੂਰ ਨਹੀਂ ਹੋ ਸਕਦਾ। ਡਰ ਕਦੋਂ ਹੋਣਾ ਦੂਰ, ਜਦੋਂ ਪਰਮੇਸ਼ਰ ਦੇ ਚਰਨਾਂ ਨਾਲ ਅਸੀਂ ਜੁੜਾਂਗੇ। ਕਿਉਂਕਿ ਅਸੀਂ ਤੇ ਦੂਸਰੇ ਧਰਮਾਂ ਵਾਸਤੇ ਕਹੀ ਜਾਂਦੇ ਹਾਂ ਇਹ ਦੂਸਰੇ ਧਰਮਾਂ ਦੇ ਵਿੱਚ ਜੋ ਲਿਖਿਆ ਇਹ ਝੂਠ ਹੈ, ਸਾਡੇ ਧਰਮ ਵਿੱਚ ਜੋ ਲਿਖਿਆ ਉਹ ਸੱਚ ਹੈ। ਵਿਦਵਾਨ ਲੋਕ ਪਿਆਰਿਓ ਇਹ ਗੱਲ ਕਦੀ ਨਹੀਂ ਕਹਿੰਦੇ, ਕਹਿੰਦੇ ਸਾਰੇ ਹੀ ਧਰਮ ਮੁਬਾਰਕ ਹਨ, ਆਪੋ ਆਪਣੀ ਥਾਂ ਤੇ ਪੂਜਣਯੋਗ ਹਨ। ਜੇ ਕੋਈ ਹਿੰਦੂ ਹੈ ਉਹ ਹਿੰਦੂ ਧਰਮ ਦੇ ਵਿੱਚ ਸੱਚਾ ਹਿੰਦੂ ਹੋਵੇ, ਜੇ ਕੋਈ ਮੁਸਲਮਾਨ ਹੈ ਉਹ ਸੱਚਾ ਮੁਸਲਮਾਨ ਬਣ ਜਾਵੇ, ਜੇ ਕੋਈ ਸਿੱਖ ਹੈ ਕਿ ਉਹ ਸੱਚਾ ਸਿੱਖ ਬਣ ਜਾਵੇ। ਅਸੀਂ ਪਿਆਰਿਓ ਹੁਣ ਦੇ ਅਜੋਕੇ ਸਮੇਂ ਦੇ ਵਿੱਚ ਝਾਤੀ ਮਾਰ ਕੇ ਵੇਖੋ, ਉਹਨਾਂ ਨੂੰ ਤੁਸੀਂ ਸਿੱਖ ਕਹਿ ਸਕਦੇ ਹੋ ਜਿਹੜੇ ਹਰਚਰਨ ਬਰਾੜ ਵਰਗੇ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ, ਉਹਨਾਂ ਨੂੰ ਸਿੱਖ ਕਹਿ ਸਕਦੇ ਨਹੀਂ। ਉਹ ਸਿੱਖ ਹੁੰਦਿਆਂ ਵੀ ਸਿੱਖ ਨਹੀਂ ਪਿਆਰੇ, ਆਪਣੇ ਆਪ ਨੂੰ ਭਾਵੇਂ ਸਿੱਖ ਕਹਾਉਣਗੇ ਅਸੀਂ ਸਿੱਖ ਹਾਂ, ਪਰ ਸਿੱਖ ਨਹੀਂ ਹੋ ਸਕਦੇ। ਜਿਹੜਾ ਸਿੱਖ ਹੋਵੇਗਾ ਉਹ ਕਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਕਰੇਗਾ, ਉਹ ਕਿਵੇਂ ਤੋਪਾਂ ਦੇ ਨਾਲ ਪਿਆਰਿਓ ਗੋਲੇ ਦਾਗੇਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ, ਉਹ ਕਿਵੇਂ ਬਦੋਸ਼ੀਆਂ ਦਾ ਖੂਨ ਵਹਾਵੇਗਾ, ਉਹ ਸਿੱਖ ਨਹੀਂ ਹੋ ਸਕਦਾ ਪਿਆਰਿਓ। ਮੁਸਲਮਾਨ ਵੀ ਉਹੀ ਹੈ, ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਦਿਲ ਮਨ ਦਿਲ ਤੇ ਧੋਵੇ। ਕਹਿੰਦੇ ਜਿਹੜੇ ਅੰਦਰ ਦੀ ਮੈਲ ਨੂੰ ਧੋ ਲੈਂਦਾ, ਅਸਲ ਦੇ ਵਿੱਚ ਸੱਚਾ ਮੁਸਲਮਾਨ ਉਹ ਹੈ ਜਿਹੜਾ ਪਰਮੇਸ਼ਰ ਦੇ ਨਾਲ ਜੁੜਿਆ, ਅੱਲਾ ਅੱਲਾ ਕਰਦਾ, ਉਸ ਪਰਵਤਗਾਰ ਦਾ ਨਾਮ ਜਪਦਾ, ਪੰਜਾਂ ਨਵਾਜ਼ਾਂ ਦਾ ਧਾਰਣੀ ਹੈ। ਜਿਵੇਂ ਸਿੱਖ ਵਾਸਤੇ ਹੈ ਪਿਆਰਿਓ ਪੰਜ ਬਾਣੀਆਂ ਦਾ ਨਿਤਨੇਮ ਕਰਨਾ, ਇਸੇ ਤਰ੍ਹਾਂ ਮੁਸਲਮਾਨ ਵਾਸਤੇ ਵੀ ਪੰਜ ਨਵਾਜ਼ਾਂ ਕਰਨੀਆਂ। ਸੱਚਾ ਉਹੀ ਹੈ ਕਿ ਕਹਿੰਦੇ ਵੇਦਾਂ ਕਤੀਬਾਂ ਦੀ ਗੱਲਾਂ ਕਹਿ ਕੇ ਬਹਿਸ ਕਰਨ ਦੇ ਨਾਲ ਦਿਲ ਦਾ ਫਿਕਰ ਨਹੀਂ ਜਾਂਦਾ, ਪਰ ਜਿਹੜੇ ਪਿਆਰੇ ਜੁੜ ਜਾਂਦੇ ਨੇ ਪਰਮੇਸ਼ਰ ਦੇ ਚਰਨਾਂ ਦੇ ਨਾਲ, ਉਹਨਾਂ ਦੀਆਂ ਅੱਜ ਵੀ ਅਸੀਂ ਸਾਖੀਆਂ ਕਹਾਣੀਆਂ ਕਹਿੰਦੇ ਹਾਂ। ਯਾਕੂਬ ਖਾਨ ਜਿਹੜਾ ਰਾਸ਼ਟਰਪਤੀ ਹੋਇਆ ਪਾਕਿਸਤਾਨ ਦਾ, ਪਿਆਰੇ ਵੇਖੋ ਇੱਕ ਮੁਸਲਮਾਨ ਹੋ ਕੇ ਉਸ ਨੂੰ ਆਪਾਂ ਸਿੱਖ ਹੀ ਕਹਾਂਗੇ ਨਾ, ਉਸ ਨੂੰ ਤੇ ਆਪਾਂ ਗੁਰੂ ਨਾਨਕ ਦਾ ਸਿੱਖ ਕਹਾਂਗੇ। ਯਾਕੂਬ ਖਾਨ ਜਿਹੜਾ ਰਾਸ਼ਟਰਪਤੀ ਪਦ ਤੇ ਬਿਰਾਜਮਾਨ ਹੋਇਆ, ਕਹਿੰਦੇ ਉਸ ਨੇ ਪਿਆਰਿਓ ਆਪਣੇ ਘਰ ਦੇ ਵਿੱਚ ਬਹੁਤ ਵੱਡਾ ਮੂਲ ਮੰਤਰ ਛਪਵਾ ਕੇ ਲਵਾਇਆ ਹੋਇਆ ਸੀ। ਮੂਲ ਮੰਤਰ ਛਪਵਾ ਕੇ ਲਵਾਇਆ, ਆਪਣੇ ਦਫ਼ਤਰ ਦੇ ਵਿੱਚ ਮੂਲ ਮੰਤਰ ਛਪਵਾ ਕੇ ਲਵਾਇਆ ਹੋਇਆ ਸੀ। ਤੇ ਇੱਕ ਸਿੱਖ ਵੀਰ ਉਹਦੇ ਪਾਸ ਆਇਆ, ਮੈਨੂੰ ਨਾਮ ਵਿਸਰ ਗਿਆ, ਸਿੱਖ ਵੀਰ ਆਇਆ ਤੇ ਉਸਨੇ ਆ ਕੇ ਪੁੱਛਿਆ ਤੁਸੀਂ ਤਾਂ ਮੁਸਲਮਾਨ ਹੋ, ਪਰ ਆ ਮੈਂ ਵੇਖ ਕੇ ਹੈਰਾਨਿਆ ਕਿ ਤੁਹਾਡੇ ਮੂਲ ਮੰਤਰ ਦਾ ਜਾਪ ਔਰ ਸੁਨਹਿਰੀ ਅੱਖਰਾਂ ਦੇ ਨਾਲ ਔਰ ਸੋਨੇ ਦੇ ਨਾਲ ਪਿਆਰਿਓ ਲਿਖਿਆ ਹੋਇਆ। ਕਿਤਨਾ ਕੁ ਮਨ ਅੰਦਰ ਪਿਆਰ ਹੋਵੇਗਾ, ਕਿਤਨਾ ਕੁ ਮਨ ਅੰਦਰ ਪਿਆਰ ਹੋਵੇਗਾ। ਸੋਨੇ ਦੀ ਅੱਖਰਾਂ ਦੇ ਨਾਲ ਮੂਲ ਮੰਤਰ ਲਿਖਿਆ ਹੋਇਆ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਤੇ ਪਿਆਰਿਓ ਜਦੋਂ ਆਪਣੇ ਧਰਮ ਵੱਲ ਝਾਤੀ ਮਾਰ ਕੇ ਵੇਖੀਏ ਨਾ, ਪਤਾ ਕੀ ਕਹਿੰਦੇ ਨੇ, ਕੋਈ ਕਹਿੰਦੇ ਗੁਰ ਪ੍ਰਸਾਦ ਤੱਕ ਜਪਣਾ, ਕੋਈ ਕਹਿੰਦੇ ਕਿੱਥੋਂ ਤੱਕ ਜਪਣਾ। ਪਿਆਰਿਓ ਜਪੋ ਤਾਂ ਸਹੀ, ਤੁਸੀਂ ਤੇ ਇਹਨਾਂ ਵਾਦਾਂ ਵਿਵਾਦਾਂ ਦੇ ਵਿੱਚ ਪਏ ਹੋਏ ਜਿਤਨੀ ਬਾਣੀ ਪੜ੍ਹ ਲਓਗੇ ਉਤਨੀ ਮੁਬਾਰਕ ਹੈ। ਜੇ ਤੁਸੀਂ ਪੂਰਾ ਮੂਲ ਮੰਤਰ ਪੜ੍ਹ ਲਓਗੇ ਤੇ ਕੋਈ ਫਰਕ ਪੈਦਾ ਨਹੀਂਗਾ। ਬਸ ਤੋੜਨ ਵਾਲੇ ਪਾਸੇ ਲੱਗੇ, ਨਹੀਂ ਗੁਰਪ੍ਰਸਾਦ ਤੱਕ ਹੀ ਕਹਿੰਦੇ ਜਾਪ ਕਰਨਾ ਚਾਹੀਦਾ। ਨਹੀਂ ਪਿਆਰਿਓ, ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੋ, ਇਹਨਾਂ ਵੈਸਾਂ ਵਹਾਸਿਆਂ ਤੋਂ ਉੱਪਰ ਹੋ ਕਰਕੇ। ਕਹਿੰਦੇ ਜਿਸ ਵੇਲੇ ਦਫ਼ਤਰ ਦੇ ਵਿੱਚ ਲੱਗਿਆ ਮੂਲ ਮੰਤਰ ਸਿੱਖ ਨੇ ਵੇਖਿਆ, ਪੁੱਛਿਆ ਕਿ ਇਸ ਦੀ ਬਾਰੇ ਸਾਨੂੰ ਤੁਸੀਂ ਦੱਸ ਸਕਦੇ ਹੋ? ਕਹਿੰਦੇ ਹਾਂ। ਕਹਿੰਦੇ ਆਹ ਜਿਹੜੀ ਕੁਰਸੀ ਤੇ ਮੈਂ ਬੈਠਾ ਹੋਇਆ ਨਾ, ਕਹਿੰਦੀ ਰਾਸ਼ਟਰਪਤੀ ਪਦ ਤੇ ਮੈਂ ਬੈਠਾ ਹੋਇਆ, ਇਸ ਮੂਲ ਮੰਤਰ ਦੀ ਬਖਸ਼ਿਸ਼ ਹੈ। ਕਹਿੰਦੀ ਵੀ ਦੱਸੋ ਸਾਨੂੰ ਕਿਵੇਂ?
ਕਹਿੰਦੇ ਬਚਪਨ ਦੇ ਵਿੱਚ ਮੈਨੂੰ ਕਹਿੰਦੇ ਪੜ੍ਹਨਾ ਹੀ ਕੋਈ ਨਹੀਂ ਸੀ ਆਉਂਦਾ, ਪੜ੍ਹਨਾ ਕੋਈ ਨਹੀਂ ਸੀ ਆਉਂਦਾ। ਮੈਂ ਜਦੋਂ ਸਕੂਲ ਜਾਣਾ ਤੇ ਮੈਨੂੰ ਕਹਿੰਦੇ ਟੀਚਰਾਂ ਨੇ ਕੁੱਟਣਾ, ਪੜ੍ਹਨ ਵਾਸਤੇ ਕੁਝ ਵੀ ਨਹੀਂ ਸੀ ਆਉਂਦਾ। ਕਹਿੰਦੇ ਇਤਨੀ ਮਾਤੀ ਨਹੀਂ ਸੀ। ਫਿਰ ਕਹਿੰਦੇ ਇੱਕ ਦਿਨ ਐਸਾ ਵਾਕਿਆ ਹੋਇਆ ਜਦੋਂ ਪਰਮੇਸ਼ਰ ਪਿਆਰਿਓ ਆਪਣੇ ਪਾਸੇ ਲਾਉਂਦਾ ਕਿਸੇ ਨੂੰ। ਜਿਤਨੀ ਦੇਰ ਤੱਕ ਆਪਣੇ ਪਾਸੇ ਨਹੀਂ ਲਾਉਂਦਾ ਉਤਨੀ ਦੇਰ ਤੱਕ ਬਖਸ਼ਿਸ਼ ਨਹੀਂ ਹੋਣੀ। ਜਦੋਂ ਬਖਸ਼ਿਸ਼ ਉਸ ਮਾਲਕ ਦੀ ਹੋਣੀ ਆ, ਆਪਣੇ ਪਾਸੇ ਉਸ ਮਾਲਕ ਨੇ ਲਾ ਲੈਣਾ ਪਿਆਰਿਓ। ਕਹਿੰਦੇ ਮੈਂ ਸਕੂਲ ਤੇ ਜਾਂਦਾ ਸੀ ਪੜ੍ਹਨ ਵਾਸਤੇ, ਮੈਨੂੰ ਕੁਝ ਨਹੀਂ ਸੀ ਆਉਂਦਾ। ਫਿਰ ਕਹਿੰਦੇ ਮੈਂ ਆਸਤੇ ਆਸਤੇ ਜਦੋਂ ਸਬਕ ਹੀ ਨਹੀਂ ਸੀ ਪੜ੍ਹ ਸੁਣਾ ਸਕਦਾ ਤੇ ਮਾਸਟਰ ਦੇ ਕੋਲੋਂ ਕੁੱਟ ਪੈਣੀ। ਫਿਰ ਮੈਂ ਕਹਿੰਦੇ ਸਕੂਲ ਜਾਣਾ ਛੱਡ ਦਿੱਤਾ ਤੇ ਮੈਂ ਗੁਰਦੁਆਰੇ ਕਹਿੰਦੇ ਚਲਿਆ ਜਾਇਆ ਕਰਦਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਅਸਥਾਨ ਤੇ ਚਲਿਆ ਜਾਣਾ। 50 ਸਾਲ ਹੈ ਨਨਕਾਣਾ ਸਾਹਿਬ ਪਿਆਰੇ ਲਾ ਕੇ ਦਰਸ਼ਨ ਦਿਦਾਰੇ ਕਰਨੇ, ਉੱਥੇ ਲੰਗਰ ਪ੍ਰਸ਼ਾਦਾ ਛਕ ਕੇ ਘਰ ਆ ਜਾਣਾ, ਕਿਉਂਕਿ ਪੜ੍ਹਾਈ ਆਉਂਦੀ ਕੋਈ ਨਹੀਂ ਸੀ। ਕਹਿੰਦੇ ਉੱਥੋਂ ਦੇ ਹੈਡ ਗ੍ਰੰਥੀ ਸਾਹਿਬ ਨੇ ਇੱਕ ਦਿਨ ਮੈਨੂੰ ਪੁੱਛਿਆ, ਕਹਿੰਦੇ ਬੇਟਾ ਤੂੰ ਇੱਥੇ ਆਉਂਦਾ, ਬਸਤਾ ਤੇਰੇ ਕੋਲ ਹੁੰਦਾ, ਸਕੂਲ ਕਿਉਂ ਨਹੀਂ ਜਾਂਦਾ? ਤੂੰ ਸਕੂਲ ਕਿਉਂ ਨਹੀਂ ਜਾਂਦਾ? ਕਹਿੰਦੇ ਬਾਬਾ ਜੀ ਮੈਨੂੰ ਪੜ੍ਹਨਾ ਕੋਈ ਨਹੀਂ ਆਉਂਦਾ, ਮਾਂ ਪਿਓ ਕਹਿੰਦੇ ਸਕੂਲ ਜਾਣਾ ਜ਼ਰੂਰ, ਪਰ ਹੁਣ ਮੈਂ ਘਰੋਂ ਬਸਤਾ ਲੈ ਕੇ ਆ ਜਾਂਦਾ, ਉੱਥੇ ਜਦੋਂ ਮੈਨੂੰ ਸਬਕ ਪੜ੍ਹਨ ਵਾਸਤੇ ਨਹੀਂ ਆਉਂਦਾ, ਮਾਸਟਰਾਂ ਤੋਂ ਮਾਰ ਪੈਂਦੀ ਹੈ ਤੇ ਦੂਸਰੇ ਬੱਚਿਆਂ ਦੇ ਵਿੱਚ ਬੇਇੱਜ਼ਤੀ ਵੀ ਮਹਿਸੂਸ ਮੈਂ ਕਰਦਾ, ਤੇ ਹੁਣ ਮੈਂ ਗੁਰੂ ਨਾਨਕ ਦੇ ਦਰ ਉੱਤੇ ਆ ਜਾਣਾ, ਇੱਥੋਂ ਆ ਕੇ ਲੰਗਰ ਪ੍ਰਸ਼ਾਦਾ ਛਕ ਕੇ ਚਲਿਆ ਜਾਂਦਾ। ਕਹਿੰਦੀ ਗੁਰੂ ਬਖਸ਼ਿਸ਼ ਕਰੇਗਾ, ਇਹ ਤੇਰੇ ਭਲੇ ਵਾਸਤੇ ਹੀ ਹੋਇਆ ਜੋ ਹੋਇਆ। ਕਹਿੰਦੀ ਤੂੰ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਆਇਆ, ਗੁਰੂ ਨਾਨਕ ਤੇਰੀ ਤੇ ਬਖਸ਼ਿਸ਼ ਕਰੇਗਾ। ਤੈਨੂੰ ਕਹਿੰਦੇ ਅਸੀਂ ਮੂਲ ਮੰਤਰ ਦਾ ਜਾਪ ਦਿੰਦੇ ਹਾਂ, ਤੈਨੂੰ ਮੂਲ ਮੰਤਰ ਦਾ ਜਾਪ ਲਿਖਾ ਦਿੰਦੇ, ਮੂਲ ਮੰਤਰ ਦਾ ਪਿਆਰੂ ਜਾਪ ਲਿਖਾ ਦਿੱਤਾ ਉਸਨੂੰ। ਮੂਲ ਮੰਤਰ ਦਾ ਜਾਪ ਕਰਦਿਆਂ ਕਹਿੰਦੇ ਹੁਣ ਸਕੂਲ ਰੋਜ਼ ਜਾਣਾ ਤੇ ਮੂਲ ਮੰਤਰ ਦਾ ਜਾਪ ਕਰੀ ਜਾ। ਬਖਸ਼ਿਸ਼ ਕਿਤਨੀ ਕਰਦਾ ਵਾਹਿਗੁਰੂ ਪਿਆਰਿਓ, ਜਦੋਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕੀਤਾ ਤੇ ਸਕੂਲ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਜਿਹੜਾ ਸਬਕ ਆਉਂਦਾ ਕੋਈ ਨਹੀਂ ਸੀ ਪਿਆਰਿਓ, ਹੁਣ ਕਹਿੰਦੇ ਵੀ ਆਪਣੇ ਆਪ ਹੀ ਉਹ ਮੈਨੂੰ ਯਾਦ ਹੋ ਜਾਂਦਾ, ਤੇ ਮਾਸਟਰ ਵੀ ਮੇਰਾ ਸਤਿਕਾਰ ਕਰਦੇ ਨੇ, ਤੇ ਸਾਰੇ ਜਿਤਨੇ ਵਿਦਿਆਰਥੀ ਨੇ ਉਹ ਵੀ ਸਮਝਦੇ ਨੇ ਕਿ ਇਹ ਵੇਖੋ ਕਿਤਨਾ ਲਾਇਕ ਹੋ ਗਿਆ। ਤੇ ਘਰ ਵਾਲੇ ਵੀ ਹੁਣ ਕਹਿੰਦੇ ਨੇ ਕਿ ਸਾਡਾ ਬੱਚਾ ਬਹੁਤ ਲਾਇਕ ਹੈ, ਬੜੀ ਉੱਤੇ ਕਿਰਪਾ ਹੈ। ਪਰ ਬਖਸ਼ਿਸ਼ ਕਹਿੰਦੇ ਕਿੱਥੋਂ ਹੋਈ? ਮੂਲ ਮੰਤਰ ਦਾ ਜਾਪ ਕਰਕੇ। ਮੂਲ ਮੰਤਰ ਦਾ ਜਾਪ ਕਰਨ ਦੇ ਨਾਲ ਕਹਿੰਦੇ ਇਤਨੀ ਬਖਸ਼ਿਸ਼ ਹੋ ਗਈ ਤੇ ਅੱਜ ਕਹਿੰਦੇ ਆ ਮਰਾਤਬਾ ਰਾਸ਼ਟਰਪਤੀ ਦੇ ਪਦ ਦਾ ਮੈਨੂੰ ਪ੍ਰਾਪਤ ਹੋਇਆ। ਤੇ ਕਹਿੰਦੇ ਮੈਂ ਮੂਲ ਮੰਤਰ ਕਿਉਂ ਨਾ ਲਾਵਾਂ ਆਪਣੇ ਘਰ ਦੇ ਵਿੱਚ ਜਾਂ ਆਪਣੇ ਦਫ਼ਤਰ ਦੇ ਵਿੱਚ। ਇਹੋ ਮੂਲ ਮੰਤਰ ਦਾ ਜਾਪ ਪਿਆਰੂ ਜਿਸ ਵੇਲੇ ਮੌਲਾਣਿਆਂ ਨੇ, ਕਾਜ਼ੀਆਂ ਨੇ, ਪੰਡਤਾਂ ਨੇ ਸ਼ਿਕਾਇਤ ਕੀਤੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਵੇਲੇ ਸ਼ਿਕਾਇਤ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਜਿਹੜਾ ਤੁਹਾਡੇ ਧਰਮ ਦੇ ਖਿਲਾਫ ਹੈ ਤੇ ਸਾਡੇ ਧਰਮ ਦੇ ਵੀ ਖਿਲਾਫ ਹੈ। ਕਹਿੰਦੀ ਇਹਨਾਂ ਨੂੰ ਸੱਦ ਕੇ ਪੁੱਛਿਆ ਜਾਵੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਕੋਲ ਪਿਆਰੇ ਜਿਸ ਵੇਲੇ ਚਿੱਠੀ ਆਈ ਕਿ ਤੁਸੀਂ ਆ ਕਰਕੇ ਗੱਲ ਦਾ ਜਵਾਬ ਦੇਣਾ ਹੈ, ਕਚਹਿਰੀ ਦੇ ਵਿੱਚ ਹਾਜ਼ਰ ਹੋਣਾ। ਤੇ ਉਸ ਵੇਲੇ ਪਿਆਰੇ ਧੰਨ ਗੁਰੂ ਰਾਮਦਾਸ ਮਹਾਰਾਜ ਹਾਲੇ ਗੁਰੂ ਨਹੀਂ ਸੀ ਬਣੇ, ਭਾਈ ਜੇਠੇ ਜੀ ਦੇ ਰੂਪ ਦੇ ਵਿੱਚ ਸਨ। ਭਾਈ ਜੇਠੇ ਜੀ ਦੇ ਰੂਪ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਾਈ ਜੇਠਿਆ ਤੂੰ ਜਾਣਾ ਲਾਹੌਰ ਦੇ ਵਿੱਚ, ਕਹਿੰਦੇ ਜਾ ਕਰਕੇ ਕਚਹਿਰੀ ਦੇ ਵਿੱਚ ਜਵਾਬ ਦੇ ਕੇ ਆਉਣੇ ਨੇ। ਜਾ ਕੇ ਅਕਬਰ ਦੀ ਕਚਹਿਰੀ ਦੇ ਵਿੱਚ ਕਹਿੰਦੇ ਜਵਾਬ ਦੇ ਕਰਕੇ ਆਉਣੇ ਨੇ। ਕਹਿੰਦੇ ਜੀ ਮੈਨੂੰ ਤਾਂ ਆਉਂਦਾ ਹੀ ਕੁਝ ਨਹੀਂ, ਮੈਂ ਤੇ ਸੇਵਾਦਾਰ, ਟੋਕਰੀ ਢੋਣ ਵਾਲਾ, ਕਹਿੰਦੇ ਮੈਂ ਉਹਨਾਂ ਦੇ ਜਵਾਬ ਕਿਵੇਂ ਦੇਵਾਂਗਾ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਇਹ ਗੱਲ ਆਖੀ, ਭਾਈ ਜੇਠਾ ਜੀ ਜਦੋਂ ਤੁਸੀਂ ਜਾਓਗੇ ਪਿਆਰੀ, ਇਹ ਸਾਡੇ ਸਾਰਿਆਂ ਵਾਸਤੇ, ਇੱਕ ਵਾਸਤੇ ਨਹੀਂ, ਇਹ ਮੁਬਾਰਕ ਬੋਲ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਸਾਰਿਆਂ ਵਾਸਤੇ ਨੇ। ਜਦੋਂ ਵੀ ਕਿਸੇ ਕਾਰਜ ਵਾਸਤੇ ਜਾਈਏ ਇਸ ਗੱਲ ਨੂੰ ਯਾਦ ਰੱਖੀਏ, ਉਹ ਕਾਰਜ ਜ਼ਰੂਰ ਸਫਲ ਹੋਵੇਗਾ। ਕਹਿੰਦੀ ਭਾਈ ਜੇਠਾ ਜੀ ਜਦੋਂ ਤੁਸੀਂ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਜਾਣਾ, ਜਦੋਂ ਤੁਹਾਨੂੰ ਸਵਾਲ ਕਰਨਗੇ ਉਸ ਤੋਂ ਪਹਿਲਾਂ
ਕਹਿੰਦੇ ਮੂਲ ਮੰਤਰ ਦਾ 5 ਵਾਰੀ ਜਾਪ ਕਰਨਾ, 5 ਵਾਰੀ ਜਾਪ ਕਰਨਾ, ਤੇ ਜਿਤਨੇ ਸਵਾਲ ਨੇ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਸਕਰੀਨ ਤੇ ਆ ਜਾਂਦੇ ਨੇ, ਇਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਆ ਜਾਣਗੇ ਤੇ ਤੁਸੀਂ ਆਪਣੇ ਆਪ ਜਵਾਬ ਦੇਵੋਗੇ। ਇਸੇ ਤਰ੍ਹਾਂ ਹੀ ਪਿਆਰਿਓ ਹੋਇਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਕਹੇ ਅਨੁਸਾਰ ਭਾਈ ਜੇਠਾ ਜੀ ਜਿਸ ਵੇਲੇ ਗਏ ਤੇ ਸਵਾਲ ਜਵਾਬ ਉਹਨਾਂ ਨੇ ਕੀਤੇ ਪਿਆਰਿਓ। ਗਾਇਤਰੀ ਮੰਤਰ ਬਾਰੇ ਪੁੱਛਿਆ, ਹੋਰ ਕਈ ਚੀਜ਼ਾਂ ਵਾਸਤੇ ਪੁੱਛਿਆ, ਤੇ ਜਿਸ ਵੇਲੇ ਮੂਲ ਮੰਤਰ ਪੜ੍ਹਿਆ ਉਹਨਾਂ ਨੇ, ਜਿਹੜੇ ਜਵਾਬਾਂ ਬਾਰੇ ਕੋਈ ਪਤਾ ਹੀ ਕੋਈ ਨਹੀਂ ਸੀ ਪਿਆਰਿਓ, ਉਹ ਆਪਣੇ ਆਪ ਉਹਨਾਂ ਦੇ ਜ਼ਿਹਨ ਦੇ ਵਿੱਚ, ਉਹਨਾਂ ਦੇ ਦਿਮਾਗ ਦੇ ਵਿੱਚ ਆਏ। ਭਾਈ ਜੇਠਾ ਜੀ ਉਹਨਾਂ ਨੇ ਠਾ ਠਾ ਕਰਕੇ ਜਵਾਬ ਦਿੱਤੇ ਤੇ ਖੁਸ਼ ਹੋ ਗਏ ਉਸ ਵੇਲੇ ਬਾਦਸ਼ਾਹ ਜੀ। ਪਿਆਰਿਓ ਮੂਲ ਮੰਤਰ, ਮੂਲ ਸਰੂਪ ਜੋ ਬਾਣੀ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਮੰਤਰ ਹੈ, ਇਹ ਬਹੁਤ ਕੰਮ ਕਰਦਾ ਹੈ। ਪਰ ਜਦੋਂ ਇਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਈਏ, ਵਹਿਸ ਗੁਹਾਸਿਆਂ ਦੇ ਵਿੱਚ ਨਾ ਪਈਏ। ਇਹ ਨਾ ਆਖੀਏ ਮੂਲ ਮੰਤਰ ਕਿੱਥੋਂ ਤੱਕ ਕਰਨਾ ਤੇ ਕਿੱਥੋਂ ਤੱਕ ਨਹੀਂ ਕਰਨਾ। ਬਸ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਵੋ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸੱਚ ਹੈ। ਪਰਮੇਸ਼ਰ ਉਹ ਸੱਚ ਸਰੂਪ ਦੇ ਨਾਲ ਜੁੜ ਕੇ ਰਹੀਏ। ਤੇ ਸਤਿਗੁਰੂ ਭਗਤ ਕਬੀਰ ਜੀ ਅਗਲੀ ਪੰਕਤੀ ਵਿੱਚ ਕਹਿ ਰਹੇ ਨੇ, ਟੁਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਈ। ਕਹਿੰਦੀ ਅੱਖ ਫੜਨ ਦੇ ਸਮੇਂ ਥੋੜਾ ਜਿਹਾ ਸਮਾਂ, ਬਹੁਤਾ ਸਮਾਂ ਨਹੀਂ, ਮਨ ਨੂੰ ਟਿਕਾ ਕੇ ਵੇਖੋ। ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਈ। ਕਹਿੰਦੇ ਪਰਮੇਸ਼ਰ ਤੁਹਾਡੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਆ ਜਾਵੇਗਾ। ਹਾਜ਼ਰ ਹਜ਼ੂਰ, ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ, ਉਹ ਵਾਹਿਗੁਰੂ ਤੁਹਾਡੇ ਸਾਹਮਣੇ ਆ ਜਾਵੇਗਾ। ਥੋੜਾ ਜਿਹਾ ਸਮਾਂ, ਬਹੁਤਾ ਸਮਾਂ ਨਹੀਂ। ਜੇ ਕਿਧਰੇ ਮਨ ਤੁਹਾਡਾ ਟਿਕ ਜਾਵੇ, ਮਨ ਨੂੰ ਫੁਰਨਿਆਂ ਤੋਂ ਰੋਕ ਕੇ ਪਿਆਰਿਓ, ਫੁਰਨੇ ਨਾ ਚਲਦੇ ਹੋ। ਥੋੜ੍ਹੇ ਜਿਹੇ ਸਮੇਂ ਵਾਸਤੇ ਵੀ ਜੇ ਕਿਧਰੇ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਵੇ, ਹਾਜ਼ਰ ਹਜ਼ੂਰ ਖੁਦਾਈ। ਸਵਾਮੀ ਵਿਵੇਕਾਨੰਦ ਪਿਆਰਿਓ, ਹਿੰਦੂਆਂ ਦੇ ਵਿੱਚ ਉਹਦਾ ਬੜਾ ਨਾਮ ਹੈ, ਤੇ ਉਹਨਾਂ ਦੇ ਗੁਰੂ ਹੋਏ ਨੇ ਸ਼ਿਵ ਕੁਮਾਰ ਕਿੰਕਰ। ਸ਼ਿਵ ਕੁਮਾਰ ਕਿੰਕਰ ਜਿਨ੍ਹਾਂ ਦੇ ਕੋਲੋਂ ਪਿਆਰਿਓ ਉਹ ਪੜ੍ਹਦੇ ਸਨ ਸੰਸਕ੍ਰਿਤ। ਸਵਾਮੀ ਵਿਵੇਕਾਨੰਦ ਉਹਨਾਂ ਦੇ ਕੋਲ ਸੰਸਕ੍ਰਿਤ ਪੜ੍ਹਦੇ ਸਨ, ਪਰ ਸ਼ਿਵ ਕੁਮਾਰ ਜਿਹੜੇ ਕਿੰਕਰ ਸਨ ਉਹ ਕਹਿੰਦੇ ਬੜੀ ਉੱਚੀ ਅਵਸਥਾ ਦੇ ਮਾਲਕ ਸਨ, ਸੰਸਕ੍ਰਿਤ ਪੜ੍ਹਾਇਆ ਕਰਦੇ ਸਨ। ਗਰੀਬੀ ਅਵਸਥਾ ਦੇ ਵਿੱਚ ਹੀ ਉਹ ਗੁਜ਼ਰਾਨ ਕਰਦੇ ਸਨ। ਪਿਆਰਿਓ ਐਸਾ ਸਮਾਂ ਇੱਕ ਵਾਰੀ ਉਹਨਾਂ 'ਤੇ ਆਇਆ ਕਿ 3 ਦਿਨ ਉਹਨਾਂ ਦੇ ਘਰ ਦੇ ਵਿੱਚ ਰੋਟੀ ਪਕਾਉਣ ਵਾਸਤੇ ਕੁਝ ਨਹੀਂ, ਖਾਣ ਵਾਸਤੇ ਕੁਝ ਨਹੀਂ, ਜਲ ਪਾਨ ਕਰਨ ਵਾਸਤੇ ਕੁਝ ਨਹੀਂ, ਕੇਵਲ ਪਾਣੀ ਪੀਣ ਵਾਸਤੇ। ਪਾਣੀ ਪੀਣ ਵਾਸਤੇ ਸ਼ਿਵ ਕੁਮਾਰ ਕੰਕਰ ਦੇ ਘਰ ਦੇ ਵਿੱਚ ਜਿਸ ਵੇਲੇ ਇਹ ਕੁਝ ਵੀ ਨਾ, ਪਿਆਰਿਓ ਪਰਮੇਸ਼ਰ ਨੂੰ ਫਿਕਰ ਹੋਇਆ। ਪਰਮੇਸ਼ਰ ਨੂੰ ਫਿਕਰ ਹੋਇਆ ਕਿ ਮੇਰਾ ਪਿਆਰਾ ਜਿਹੜਾ ਕਿ ਵਿਦਿਆ ਪੜ੍ਹਾਉਂਦਾ ਹੈ ਵਿਦਿਆਰਥੀਆਂ ਨੂੰ, ਇਹ ਘਰ ਦੇ ਵਿੱਚ ਉਹਦੇ ਕੁਝ ਵੀ ਖਾਣ ਵਾਸਤੇ ਨਹੀਂ। ਕਹਿੰਦੇ ਨਾਲ ਬ੍ਰਾਹਮਣ ਪਿੰਡ ਸੀ, ਉੱਥੋਂ ਤੋਂ ਇੱਕ ਮਨੁੱਖ ਜਿਸ ਨੂੰ ਮਾਲਕ ਨੇ ਪਿਆਰਿਓ ਆਪ ਹੀ ਭੇਜਿਆ, ਆਪ ਹੀ ਭੇਜਿਆ, ਤੇ ਉਹ ਆ ਕਰਕੇ ਇੱਕ ਚਿੱਠੀ ਲੈ ਕੇ ਆਇਆ। ਇੱਕ ਚਿੱਠੀ ਲੈ ਕੇ ਆਇਆ, ਸ਼ਿਵ ਕਿੰਕਰ ਜੀ ਉਹਨਾਂ ਨੂੰ ਆ ਕੇ ਚਿੱਠੀ ਫੜਾਈ। 3 ਦਿਨ ਤੋਂ ਉਹ ਭੁੱਖੇ ਸਨ, ਕੋਈ ਲੰਗਰ ਪ੍ਰਸ਼ਾਦਾ ਨਹੀਂ ਛਕਿਆ, ਪਾਣੀ ਤੇ ਗੁਜ਼ਾਰਾ ਉਹਨਾਂ ਦਾ ਪਰਿਵਾਰ ਵੀ ਕਰ ਰਿਹਾ ਤੇ ਆਪ ਵੀ, ਜਿਹੜੇ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੂੰ ਭਰੋਸਾ ਹੈ। ਜਿਸ ਵੇਲੇ ਉਹ ਚਿੱਠੀ ਪੜ੍ਹਾਈ ਤੇ ਚਿੱਠੀ ਪੜ੍ਹਦਿਆਂ ਪੜ੍ਹਦਿਆਂ ਰੋਣ ਲੱਗ ਪਈ, ਰੋਣ ਲੱਗ ਪਈ। ਤੇ ਹੁਣ ਵਿਵੇਕਾਨੰਦ ਨੇ ਵੇਖਿਆ ਜਿਸ ਵੇਲੇ ਕਿ ਮੇਰੇ ਗੁਰੂ ਨੇ, ਵਿਦਿਆ ਗੁਰੂ ਨੇ, ਇਹ ਰੋਣ ਲੱਗ ਪਏ ਨੇ। ਰੋਣ ਕਿਉਂ ਲੱਗ ਪਏ ਨੇ? ਇਹਨਾਂ ਦਾ ਰੋਣ ਦਾ ਕਾਰਨ ਪਤਾ ਨਹੀਂ ਕੀ ਹੈ। ਚਿੱਠੀ ਦੇ ਵਿੱਚ ਕੁਝ ਲਿਖਿਆ ਹੋਵੇਗਾ ਐਸਾ, ਕਿਧਰੇ ਕੋਈ ਰਿਸ਼ਤੇਦਾਰਾਂ ਦੇ ਵਿੱਚ ਕੋਈ ਸੋਗ ਦਾ ਸਮਾਂ ਨਾ, ਕੋਈ ਡੈਥ ਨਾ ਹੋ ਗਈ ਹੋਵੇ। ਤੇ ਮੈਂ ਚਿੱਠੀ ਆਪ ਪੜ੍ਹ ਕੇ ਵੇਖਦਾ। ਜਿਸ ਵੇਲੇ ਚਿੱਠੀ ਵੇਖੀ ਖੋਲ ਕੇ, ਚਿੱਠੀ ਦੇ ਵਿੱਚ 10 ਰੁਪਈਏ ਸਨ ਪਿਆਰਿਓ, 10 ਰੁਪਈਏ ਪਾਏ ਹੋਏ, ਤੇ ਨਾਲ ਇਹ ਲਿਖਿਆ ਹੋਇਆ ਸੀ, ਇਹ ਚਿੱਠੀ ਇਸ ਕਰਕੇ ਭੇਜ ਰਹੇ ਹਾਂ ਕਿ 3 ਦਿਨ ਤੋਂ ਇਹਨਾਂ ਨੇ ਖਾਧਾ ਕੁਝ ਨਹੀਂ,
3 ਦਿਨ ਤੋਂ ਇਹਨਾਂ ਨੇ ਖਾਧਾ ਕੋਈ ਨਹੀਂ। ਪਿਆਰਿਓ, ਇਹ ਚਿੱਠੀ ਕਿਹੜਾ ਦੇ ਕੇ ਗਿਆ? ਉਹ ਪਰਮੇਸ਼ਰ ਨੇ ਆਪ ਹੀ ਭੇਜਿਆ, ਆਪ ਹੀ ਭੇਜਿਆ। ਤੇ ਰੋਣ ਹੰਢਾਲੋਗੇ ਕੋਈ ਨਾ, ਰੋਣ ਹੰਢਾਲੋਗੇ ਕੋਈ ਨਾ। ਸੁਆਮੀ ਵਿਵੇਕਾਨੰਦ ਜੀ ਕਹਿੰਦੇ ਕਿ ਤੁਸੀਂ 3 ਦਿਨ ਤੋਂ ਭੁੱਖੇ ਹੋ। ਆ ਚਿੱਠੀ ਦੇ ਵਿੱਚ ਵੀ ਲਿਖਿਆ ਹੋਇਆ, 3 ਦਿਨ ਤੋਂ ਤੁਸੀਂ ਕੁਝ ਖਾਧਾ, ਨਾ ਤੁਹਾਡੇ ਪਰਿਵਾਰ ਨੇ ਕੁਝ ਖਾਧਾ। ਪਾਣੀ ਦੇ ਤੁਸੀਂ ਆਸਰੇ ਚੱਲਦੇ, ਤੁਸੀਂ ਸਾਨੂੰ ਕਿਉਂ ਨਹੀਂ ਕਿਹਾ? ਅਸੀਂ ਤੁਹਾਡੇ ਸ਼ਿਸ਼ ਹਾਂ, ਅਸੀਂ ਤੁਹਾਡੇ ਸ਼ਿਸ਼ ਹਾਂ, ਤੁਹਾਡੇ ਕੋਲ ਵਿਦਿਆ ਲੈਂਦੇ ਹਾਂ, ਸਾਨੂੰ ਦੱਸ ਦਿੰਦੇ ਤੇ ਅਸੀਂ ਤੁਹਾਡੇ ਵਾਸਤੇ ਕੋਈ ਲੰਗਰ ਪ੍ਰਸ਼ਾਦੇ ਦਾ ਅਰੇਂਜ ਕਰਦੇ। ਕਹਿੰਦੀ ਕਿਉਂ? ਮੈਂ ਤੇ ਤੁਹਾਨੂੰ ਤਾਂ ਕਹਿੰਦਾ, ਜੇ ਮੈਨੂੰ ਰੱਬ ਤੇ ਭਰੋਸਾ ਨਾ ਹੁੰਦਾ, ਜੇ ਮੈਨੂੰ ਪਰਮੇਸ਼ਰ ਤੇ ਭਰੋਸਾ ਨਾ ਹੁੰਦਾ। ਕਹਿੰਦੀ ਉਹ ਸਾਰਿਆਂ ਨੂੰ ਦਿੰਦਾ ਹੈ, ਉਹ ਸਾਰਿਆਂ ਦੀ ਫਿਕਰ ਉਸ ਨੂੰ ਹੈ। ਕਹਿੰਦੀ ਮੈਂ ਤੁਹਾਨੂੰ ਕਿਉਂ ਆਖਾਂ, ਦੂਸਰਿਆਂ ਨੂੰ ਕਿਉਂ ਆਖਾਂ? ਜਿਨ੍ਹਾਂ ਨੂੰ ਪਿਆਰਿਓ ਰੱਬ ਤੇ ਭਰੋਸਾ ਹੈ, ਜਿਨ੍ਹਾਂ ਨੂੰ ਪਰਮੇਸ਼ਰ ਤੇ ਭਰੋਸਾ, ਟੁਕ ਦਮ ਕਰਾਰੀ ਲਓ ਕਰੋ। ਕਹਿੰਦੀ ਥੋੜੇ ਜਿਹੇ ਸਮੇਂ ਵਾਸਤੇ ਜੇ ਕਦੀ ਪਰਮੇਸ਼ਰ ਦੇ ਨਾਲ ਮਨੁੱਖ ਜੁੜ ਜਾਵੇ, ਹਾਜ਼ਰ ਹਜ਼ੂਰ ਖੁਦਾਏ, ਉਹ ਪਰਮੇਸ਼ਰ ਹਾਜ਼ਰ ਹੋ ਜਾਂਦਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਵਾਹੇ। ਐ ਬੰਦੇ ਪਰਮੇਸ਼ਰ ਦਾ ਸਿਮਰਨ ਕਰ। ਕਦੋਂ ਤੱਕ ਕਰਨਾ? ਹਰ ਰੋਜ਼, ਹਰ ਵੇਲੇ ਉਸ ਪਰਮੇਸ਼ਰ ਦਾ ਚਿੰਤਨ ਕਰਨਾ। ਬੰਦੇ ਖੋਜ ਦਿਲ ਹਰ ਰੋਜ਼, ਹਰ ਰੋਜ਼ ਤੋਂ ਭਾਵ ਹੈ ਹਰ ਸਮੇਂ, ਹਰ ਸਮੇਂ ਆਪਣੇ ਆਪੇ ਦੀ ਪੜਚੋਲ ਕਰਦਾ ਰਹੋ। ਨਾ ਫਿਰ ਪਰੇਸ਼ਾਨੀ ਮਾਹੀ। ਕਹਿੰਦੇ ਕੋਈ ਪਰੇਸ਼ਾਨੀ ਨਹੀਂ ਤੇਰੀ ਰਹਿ ਜਾਵੇਗੀ। ਜਦੋਂ ਤੂੰ ਪਰਮੇਸ਼ਰ ਦਾ ਚਿੰਤਨ ਕਰੇਗਾ, ਤੇਰੀਆਂ ਪਰੇਸ਼ਾਨੀਆਂ ਉਹ ਪਰਮੇਸ਼ਰ ਆਪਣੇ ਆਪ ਖਤਮ ਕਰ ਦੇਵੇਗਾ, ਆਪਣੇ ਤੇ ਲੈ ਲਵੇਗਾ। ਆਪਣੇ ਸਿੱਖ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦੇਵੇਗਾ, ਆਪਣੇ ਪਿਆਰੇ ਨੂੰ ਕੋਈ ਪਰੇਸ਼ਾਨੀ ਨਹੀਂ ਰਹਿਣ ਦੇਵੇਗਾ। ਪਿਆਰਿਓ, ਪਰੇਸ਼ਾਨੀਆਂ ਸਾਰੀਆਂ ਤੇਰੀਆਂ ਉਹ ਵਾਹਿਗੁਰੂ ਦੂਰ ਕਰ ਦੇਵੇਗਾ, ਪਰ ਤੂੰ ਚਿੰਤਨ ਦੇ ਵਿੱਚ ਜੁੜ ਜਾ, ਉਸ ਮਾਲਕ ਦੇ ਨਾਲ ਜੁੜ ਜਾ। ਇਹ ਜੋ ਦੁਨੀਆ ਸਿਰ ਮੇਲਾ, ਦਸਤਗੀਰੀ ਰਾਹੀ। ਕਹਿੰਦੇ ਇਹ ਜੋੜਾ, ਇਹ ਸੰਸਾਰ ਹੈ, ਇੱਕ ਮੇਲਾ ਹੈ। ਇਹ ਕਹਿੰਦੀ ਮੇਲਾ ਇਸ ਤਰ੍ਹਾਂ ਦਾ ਪਿਆਰੋ, ਜਿਵੇਂ ਸਾਨੂੰ ਪ੍ਰਤੀਤ ਹੀ ਹੁੰਦਾ ਕਿ ਸਾਰਾ ਕੁਝ ਹੈ, ਪਰ ਹੋਵੇ ਕੁਝ ਵੀ ਨਾ, ਹੋਵੇ ਕੁਝ ਵੀ ਨਾ। ਇਹ ਹੈਰਾਨੀ ਵਾਲੀ ਗੱਲ ਹੈ ਨਾ ਕਿ ਸਾਰਾ ਕੁਝ ਤੇ ਸਾਨੂੰ ਦਿਖਾਈ ਦਿੰਦਾ, ਪਰ ਕਿਉਂ ਕੁਝ ਨਹੀਂ ਹੈਗਾ? ਸਾਰਾ ਕੁਝ ਸਾਨੂੰ ਦਿਖਾਈ ਦਿੰਦਾ ਨਾ, ਪਰ ਪਿਆਰੋ ਸਾਡਾ ਅੱਖਾਂ ਖੁੱਲੀਆਂ ਦਾ ਹੀ ਸੁਪਨਾ ਹੈ। ਇਹ ਜੋ ਦੁਨੀਆ ਸਿਰ ਮੇਲਾ, ਦਸਤਗੀਰੀ ਨਾ ਹੈ। ਜਿਵੇਂ ਕੋਈ ਬਾਜ਼ੀਗਰ ਪਿਆਰੋ ਖੇਡ ਦਿਖਾਉਂਦਾ ਨਾ, ਉਹ ਵੀ ਕੋ ਆਪਣੀ ਖੇਡ ਦਿਖਾਉਂਦਿਆਂ ਹੋਇਆ ਕਿੰਨਾ ਕੁਝ ਦਿਖਾ ਦਿੰਦਾ ਸਾਨੂੰ, ਕਿੰਨਾ ਕੁਝ ਸਾਨੂੰ ਦਿਖਾ ਦਿੰਦਾ, ਪਰ ਇੱਕ ਸਾਡੀਆਂ ਅੱਖਾਂ ਦਾ ਹੀ ਉਹ ਵੇਖਣ ਦਾ ਮਾਇਆ ਦਾ ਜਾਲ ਹੀ ਹੁੰਦਾ ਉਸਦਾ। ਉਸਨੇ ਮਾਇਆ ਦਾ ਜਾਲ ਹੀ ਫਸਾਰਿਆ ਹੁੰਦਾ ਤੇ ਸਾਨੂੰ ਪਤਾ ਕੋਈ ਨਹੀਂ ਲੱਗਦਾ, ਅਸੀਂ ਸੱਚ ਸਮਝੀ ਬੈਠੇ। ਇਸੇ ਤਰ੍ਹਾਂ ਹੀ ਇਹ ਸੰਸਾਰ ਜਿਹੜਾ ਨਾ, ਇਹ ਜੋ ਦੁਨੀਆ ਸਿਰ ਮੇਲਾ, ਦਸਤਗੀਰੀ ਨਾ ਹੀ। ਦਸਤ ਕਹਿੰਦੇ ਹੱਥਾਂ ਨੂੰ, ਗੀਰੀ ਕਹਿੰਦੇ